ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਦੁੱਖ ਦੇ ਗਲੇ ਦੇ ਨਾਲ ਥੋੜੇ ਜ਼ੁਕਾਮ ਦੇ ਨਾਲ ਇਸ ਮੰਚ ਤੇ ਬੈਠ ਤਾਂ ਗਏ ਆ ਤੇ ਦੇਖਦੇ ਆ ਕਿ ਕਿੰਨਾ ਕੁ ਚਿਰ ਆਵਾਜ਼ ਸਾਥ ਦੇਗੀ, ਜ਼ੁਬਾਨ ਨਹੀਂ ਫਿਸਲੇਗੀ। ਪਰ ਅੱਜ ਇੱਕ ਚੀਜ਼ ਬੜੀ ਅਹਿਮ ਹੈ ਇਸ ਸ਼ੋਅ ਦੇ ਵਿੱਚ ਕਿ ਮੈਨੂੰ ਸਿਹਤ ਪੂਰਨ ਤੌਰ ਤੇ ਠੀਕ ਨਾ ਹੋਣ ਦੇ ਬਾਵਜੂਦ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਮੰਚ ਜਿੱਥੇ ਗੱਲਾਂ ਕਰਦਾ, ਐਕਸਪਰਟ ਲੈ ਕੇ ਆਉਂਦਾ, ਤੁਹਾਡੇ ਰੂਬਰੂ ਕਰਦਾ, ਕਾਨੂੰਨ ਅਸੀਂ ਦੱਸਦੇ ਹਾਂ, ਵਿਦੇਸ਼ ਜਾਣ ਦੇ ਤੁਸੀਂ ਸਾਡੇ ਤੇ ਟਰਸਟ ਕਰਦੇ। ਜਦੋਂ ਕਿਸੇ ਚੀਜ਼ ਦਾ ਰਿਜ਼ਲਟ ਆਉਣਾ ਸ਼ੁਰੂ ਹੁੰਦਾ ਨਾ, ਕਹਿੰਦੇ ਨੇ ਕਿ ਫਰੂਟ ਜਦੋਂ ਅਸੀਂ ਲਾਉਂਦੇ ਆ, ਬੀਜ ਲਾਉਂਦੇ ਆ ਜਾਂ ਕੋਈ ਪੌਦਾ ਲਾਉਂਦੇ ਆ, ਉਹਦੇ ਜਦੋਂ ਪਹਿਲਾ ਫਰੂਟ ਤੁਸੀਂ ਤੋੜਦੇ ਹੋ ਤਾਂ ਬੜਾ ਮਜ਼ਾ ਆਉਂਦਾ। ਖਾਸ ਤੌਰ ਤੇ ਜੇ ਕੋਈ ਝੱਖੜ ਤੂਫਾਨਾਂ ਬਾਅਦ ਕੋਈ ਫਰੂਟ ਖਾਣ ਨੂੰ ਮਿਲੇ, ਮਤਲਬ ਤੁਹਾਡੇ ਦਰਖਤ ਤੇ ਧੁੱਪ ਪੈ ਗਈ, ਬਾਰਿਸ਼ ਹੋ ਗਈ, ਝੱਖੜ ਤੂਫਾਨ ਆ ਗਿਆ, ਉਸ ਤੋਂ ਬਾਅਦ ਦੁਬਾਰਾ ਫਰੂਟ ਜਦੋਂ ਆਉਣੇ ਸ਼ੁਰੂ ਹੁੰਦੇ ਨੇ ਉਦੋਂ ਜ਼ਿਆਦਾ ਖੁਸ਼ੀ ਹੁੰਦੀ ਹੈ। ਮੈਂ ਗੱਲ ਕਰ ਰਿਹਾ ਆਸਟ੍ਰੇਲੀਆ ਦੀ। ਕਰੋਨਾ ਦਾ ਇੱਕ ਝੱਖੜ ਝੁੱਲਿਆ ਜਿਹਨੇ ਕਿ ਬਿਲਕੁਲ ਵੀਜ਼ਾ ਫਰੀਜ਼ ਕਰਤੇ, ਰੋਕ ਕੇ ਗੱਲਾਂ ਹੋਈਆਂ, ਅਪਲਾਈ ਕਰੋ ਚਲੋ। ਕੁਝ ਆਸਟ੍ਰੇਲੀਆ ਨੇ ਅਨਾਉਂਸਮੈਂਟਸ ਕੀਤੀਆਂ, ਪਰ ਸਭ ਤੋਂ ਖੂਬਸੂਰਤੀ ਖੁਸ਼ੀ ਅੱਜ ਦੇ ਇਸ ਸ਼ੋਅ ਦੇ ਵਿੱਚ ਇਹ ਹੋ ਰਹੀ ਹੈ ਕਿ ਅੱਜ ਅਸੀਂ ਵਿਦਿਆਰਥੀਆਂ ਨੂੰ ਨਾ ਕਹਿ ਕੇ ਇੱਕ ਪੂਰੇ ਪਰਿਵਾਰ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਮਿਲਾ ਰਹੇ ਹਾਂ। ਔਰ ਇਹਦੀ ਯੂਐਸਪੀ ਕੀ ਹੈ ਇਸ ਸ਼ੋਅ ਦੇ ਵਿੱਚ, ਇਸ ਵੀਜ਼ੇ ਦੀ ਯੂਐਸਪੀ ਕੀ ਹੈ ਕਿ 17 ਪਾਸ ਆਊਟ ਵਿਦਿਆਰਥੀ ਗਗਨਦੀਪ ਕੌਰ ਜਿਹੜੇ ਆਪਣੇ ਪਤੀ ਦੇ ਨਾਲ ਔਰ ਬੱਚੇ ਦੇ ਨਾਲ ਇੱਕੋ ਦਿਨ 'ਚ ਆਸਟ੍ਰੇਲੀਆ ਦਾ ਵੀਜ਼ਾ ਲੈਂਦੇ ਨੇ। ਦੂਸਰੀ ਯੂਐਸਪੀ ਹੈ ਕਿ ਜਿਹੜੀ 17 ਸਾਲ ਤੋਂ ਬਾਅਦ ਦੀ ਸੈਲਰੀ ਹੈ ਉਹ ਵੀ ਖਾਤੇ ਦੇ ਵਿੱਚ ਨਹੀਂ ਹੈ, ਯਾਨੀ ਕਿ 4 ਤੋਂ 5 ਸਾਲ ਦਾ ਜਿਹੜਾ ਗੈਪ ਹੈ ਉਹਨੂੰ ਆਪਾਂ ਮੰਨ ਲਈਏ। ਫਿਰ ਸਪਾਊਸ ਦਾ ਸੇਮ ਡੇ ਵੀਜ਼ਾ ਆਉਣਾ ਔਰ ਬੱਚੇ ਦਾ ਨਾਲ ਆਉਣਾ। ਇਸ ਤੋਂ ਬਾਅਦ ਬਹੁਤ ਪਿਆਰੀਆਂ ਗੱਲਾਂ ਉਹਨਾਂ ਦੇ ਨਾਲ ਅਸੀਂ ਸਾਂਝੀਆਂ ਕਰਾਂਗੇ। ਸਾਡੀ ਐਂਕਰ ਰਿਪੋਰਟਰ ਕਵਿਤਾ ਜੀ ਨੇ ਇਸੇ ਮੰਚ ਤੇ ਬੁਲਾ ਕੇ ਕੱਲ ਉਹਨਾਂ ਦੀ ਰਿਕਾਰਡਿੰਗ ਕੀਤੀ, ਉਹ ਵੀ ਆਪਣਾ ਤਜਰਬਾ ਸ਼ੇਅਰ ਕਰਨਗੇ। ਪਰ ਇਸ ਤੋਂ ਪਹਿਲਾਂ ਅਸੀਂ ਗੱਲ ਕਰ ਲਈਏ ਕਿ ਕੀ 17 ਤੋਂ 18 ਤੋਂ 19 ਤੱਕ ਦੇ ਪਾਸ ਆਊਟ ਵਿਦਿਆਰਥੀ ਇਸੇ ਤਰ੍ਹਾਂ ਵੀਜ਼ੇ ਲੈ ਪਾਉਣਗੇ? ਜੇ ਲੈ ਪਾਉਣਗੇ ਕਿ ਸਿੰਗਲ ਲੈ ਪਾਉਣਗੇ? ਜਿਹੜੇ ਸਪਾਊਸ ਨੇ ਉਹਨਾਂ ਦਾ ਵੀ ਸੁਪਨਾ ਪੂਰਾ ਹੋਊਗਾ? ਕੀ ਇਹ ਵੀਜ਼ੇ ਦੇ ਪਿੱਛੇ ਕੋਈ ਕਲਾਕਾਰੀ, ਕੋਈ ਤਜਰਬਾ ਸੀ, ਕੋਈ ਐਕਸਪੀਰੀਅੰਸ ਸੀ, ਜਾਂ ਇੱਕ ਪਰਮਾਤਮਾ ਦੀ ਦੇਣ ਸੀਗੀ ਕਿ ਇੱਕ ਵੀਜ਼ਾ ਮਿਲ ਗਿਆ? ਇਹ ਜਿਹੜਾ ਤਜਰਬਾ ਹੈ, ਇਹ ਜਿਹੜੀ ਮਿਹਨਤ ਹੈ ਰੰਗ ਲੈ ਕੇ, ਉਹ ਵਿਸ਼ਵਾਸ ਇੰਟਰਨੈਸ਼ਨਲ ਤੋਂ ਮੁਕੇਸ਼ ਜਿਨ੍ਹਾਂ ਦੀ ਲੈ ਕੇ, ਜਿਨ੍ਹਾਂ ਨੂੰ ਅਸੀਂ ਇਸ ਮੰਚ ਤੇ ਬੁਲਾਇਆ ਹੈਗਾ। ਸ਼ੁਰੂ ਕਰੀਏ ਜੀ ਆਸਟ੍ਰੇਲੀਆ ਦੀ ਕਾਰਵਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੁਕੇਸ਼ ਜੀ, ਪਹਿਲਾਂ ਤਾਂ ਮੁਬਾਰਕਾਂ। ਔਰ ਮੈਂ ਇਸ ਗੱਲੋਂ ਹੈਰਾਨ ਹਾਂ ਕਿ 17 ਪਾਸ ਆਊਟ ਆਸਟ੍ਰੇਲੀਆ, ਜਿੱਥੇ ਜੀਟੀ ਰੌਲਾ ਪਾਉਂਦਾ ਹੈ ਕਿ ਜੀ ਤੁਹਾਡਾ ਜਿਹੜੀ ਸੈਲਰੀ ਹੈ ਜਾਂ ਐਕਸਪੀਰੀਅੰਸ ਹੈ ਜੈਨੂਨ ਹੋਣਾ ਚਾਹੀਦਾ। ਮੈਂ ਕਹਿੰਦਾ ਬਿਲਕੁਲ ਜੈਨੂਨ ਹੋਊਗਾ, ਪਰ ਸੈਲਰੀ ਖਾਤੇ 'ਚ ਨਹੀਂ। 4 ਸਾਲ ਉੱਪਰੋਂ ਸਪਾਊਸ ਜਿਹਦੇ ਕੋਲ ਜਦੋਂ ਤੁਸੀਂ ਚਲੇ ਜਾਓ ਤਾਂ 70 ਤਰ੍ਹਾਂ ਦੀਆਂ ਉਹ ਆਪਣੀਆਂ ਬਹੀ ਖਾਤੇ ਕੱਢ ਕੇ ਬਹਿ ਜਾਂਦਾ ਕਿ ਨਹੀਂ ਲੱਗਣਾ ਜੀ, ਬਾਅਦ 'ਚ ਲਾਵਾਂਗੇ ਜੀ, ਸੋਚਦੇ ਆ, ਪਾਸਪੋਰਟ ਲਿਆਓ, ਨਾਮ ਚੜਾ ਲਓ, ਫਲਾਣਾ ਕਰ ਲਓ, ਬੱਚੇ ਦਾ ਨਹੀਂ ਲੱਗਣਾ। ਜਦੋਂ ਮੈਂ ਕੈਂਡੀਡੇਟਾਂ ਨੂੰ ਮਿਲਿਆ, ਤੁਹਾਡੀ ਕੱਲ ਇੰਟਰਵਿਊ ਬੱਚੇ ਦੇ ਕੇ ਗਏ, ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਜੀ ਸਾਨੂੰ ਤਾਂ ਪਹਿਲੇ ਦਿਨ ਹੀ ਵਿਸ਼ਵਾਸ ਦਵਾਤਾ ਸੀ ਕਿ ਇੱਕ ਦਿਨ 'ਚ ਹੀ ਵੀਜ਼ਾ ਲੈ ਕੇ ਦੇਵਾਂਗੇ। ਇਹ ਕੰਸਲਟੈਂਟ ਵਾਲੀ ਭਾਸ਼ਾ ਵਰਤੀ ਕਿ ਫਾਈਲ ਇਨਰੋਲ ਕਰ ਲਓ, ਜਾਂ ਕੁਝ ਦਿਖਿਆ ਸੀ ਫਾਈਲ 'ਚ? ਦੇਖੋ ਰਣਬੀਰ ਜੀ, ਬਹੁਤ ਵਧੀਆ ਸਵਾਲ ਤੁਸੀਂ ਕੀਤਾ, ਔਰ ਇਸ ਗੱਲ ਨੂੰ ਮੈਂ ਨਾ ਟੈਕਨੀਕਲ ਤਰੀਕੇ ਨਾਲ ਆਨਸਰ ਕਰਨਾ ਚਾਹਾਂਗਾ ਤਾਂ ਕਿ ਦਰਸ਼ਕਾਂ ਤੱਕ ਇੱਕ ਐਕਚੁਅਲ ਮੈਸੇਜ ਕਨਵੇ ਹੋ। ਦੇਖੋ, ਕਿਤੇ ਵੀ ਕਿਸੇ ਵੀ ਕਾਨੂੰਨ ਦੀ ਕਿਤਾਬ 'ਚ ਇਮੀਗ੍ਰੇਸ਼ਨ ਆਸਟ੍ਰੇਲੀਆ ਦਾ ਅਗਰ ਤੁਸੀਂ ਲਾਅ ਪੜ੍ਹੋਗੇ ਤਾਂ ਉਹਦੇ 'ਚ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਵਾ ਕਿ ਤੁਹਾਡੀ ਮੈਰਿਜ ਸਾਲ ਪੁਰਾਣੀ ਹੋਣੀ ਚਾਹੀਦੀ ਹੈ, ਜਾਂ ਹਸਬੈਂਡ ਜਾਂ ਵਾਈਫ ਡਿਪੈਂਡੈਂਟ ਗ੍ਰੈਜੂਏਟ ਹੋਣਾ ਚਾਹੀਦਾ, ਜਾਂ ਤੁਹਾਡੀ ਸੈਲਰੀ ਜਿਹੜੀ ਹੈ ਉਹ ਅਕਾਊਂਟ 'ਚ ਹੋਣੀ ਚਾਹੀਦੀ। ਹਾਂ, ਗੈਪ ਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ, ਜੋ ਕਿ ਸਾਡੇ ਕਲਾਇੰਟ ਕੋਲ ਸੀ। ਐਲੀਜੀਬਿਲਿਟੀ ਕ੍ਰਾਈਟੇਰੀਆ ਉਹ ਮੀਟ ਕਰਦਾ ਸੀਗਾ। ਹੁਣ ਇਹਦੇ ਪਿੱਛੇ ਪ੍ਰੈਕਟੀਕਲ ਰੀਜ਼ਨ ਕੀ ਹੈ ਕਿ ਯੂਨੀਵਰਸਿਟੀਜ਼ ਐਸੇ ਸਟੂਡੈਂਟਸ ਨੂੰ GT ਅਪਰੂਵਲ ਕਿਉਂ ਨਹੀਂ ਦਿੰਦੀਆਂ? ਉਹਦਾ ਕਾਰਨ ਹੈ ਕਿਉਂਕਿ ਅਗਰ ਤੁਸੀਂ ਇਹਦਾ ਟੈਕਨੀਕਲੀ ਨਾਮ ਦੇਖੋਗੇ ਤਾਂ SSVF ਸਿੰਪਲੀਫਾਈਡ ਸਟੂਡੈਂਟ ਵੀਜ਼ਾ ਫਰੇਮਸ ਸਬ ਕਲਾਸ 500 ਦੇ ਅੰਡਰ ਜਿਹੜਾ ਕਿ ਫਾਲ ਕਰਦਾ, ਕਿਤੇ ਨਾ ਕਿਤੇ ਹਾਈ ਕਮਿਸ਼ਨ ਦੀ ਸਾਰੀ ਰਿਸਪੌਂਸਿਬਿਲਿਟੀ ਯੂਨੀਵਰਸਿਟੀ ਦੇ ਉੱਤੇ ਸੁੱਟੀ ਹੋਈ ਹੈ। ਔਰ ਉਹ ਬੜਾ ਫੂਕ ਕੇ ਕਦਮ ਰੱਖਦੇ ਹੈ, ਕਿਉਂਕਿ ਜੇਕਰ ਉਹਨਾਂ ਦਾ ਇੱਕ ਰਿਜੈਕਸ਼ਨ ਵੀ ਆਇਆ ਤੇ ਉਹ ਆਡੀਟਰ ਜਿਹੜੇ ਹੈ, ਐਨੂਅਲ ਆਡਿਟ ਟੀਮ ਉਹਨਾਂ ਨੂੰ ਪੁੱਛਦੀ ਹੈ ਕਿ ਤੁਸੀਂ ਇਹ ਕਿਉਂ ਕੀਤਾ, ਜਦੋਂ ਕਿ ਤੁਸੀਂ ਇਹਦੀ COE ਕਿਉਂ ਦਿੱਤੀ, ਜਾਂ ਕਿ GT ਕਿਉਂ ਅਪਰੂਵ ਕੀਤਾ, ਜਾਂ ਕਿ ਫੀਸ ਕਿਉਂ ਲਿੱਤੀ, ਜਦੋਂ ਤੁਹਾਨੂੰ ਲੱਗਦਾ ਸੀਗਾ ਕਿ ਸਟੂਡੈਂਟ ਜੈਨੂਇਨ ਨਹੀਂ ਹੈ। ਹੁਣ ਇੱਥੇ ਜਿਹੜਾ ਫੈਕਟਰ ਕੰਮ ਕੀਤਾ, ਨਾ ਸਿਰਫ ਵਿਸ਼ਵਾਸ ਇੰਟਰਨੈਸ਼ਨਲ ਦਾ ਜਿਹੜਾ ਤਜਰਬਾ 17-18 ਸਾਲ ਦਾ ਕੰਪਨੀ ਦਾ ਤਜਰਬਾ, ਜਦਕਿ ਆਸਟ੍ਰੇਲੀਆ ਬੰਦ ਹੋਣ ਤੋਂ ਪਹਿਲੇ ਆਪਾਂ ਸੈਂਕੜੋਂ ਹਜ਼ਾਰੋਂ ਸਟੂਡੈਂਟਸ ਨੂੰ ਆਸਟ੍ਰੇਲੀਆ ਭੇਜ ਚੁੱਕੇ ਹਾਂ, ਔਰ ਕਿਤੇ ਨਾ ਕਿਤੇ ਜਿਹੜਾ ਪ੍ਰੀਵੀਅਸ ਐਕਸਪੀਰੀਅੰਸ ਯੂਨੀਵਰਸਿਟੀਜ਼ ਦੇ ਨਾਲ ਸਾਡਾ ਰਿਹਾ, ਉਹ ਸਕਸੈਸ ਰੇਟ ਬਹੁਤ ਵਧੀਆ ਰਿਹਾ। ਤਾਂ ਮੇਰਾ ਜਿਹੜਾ ਮੇਨ ਜੌਬ ਸੀਗਾ, ਉਹ ਸਭ ਤੋਂ ਮੇਨ ਮੇਰਾ ਇੱਥੇ ਟਾਰਗੇਟ ਸੀਗਾ ਕਿ ਯੂਨੀਵਰਸਿਟੀ ਨੂੰ ਕਨਵਿੰਸ ਕਰਨਾ
ਕਿ ਜੇਕਰ ਤੁਸੀਂ GT ਅਪਰੂਵਲ ਕਰਦੇ ਹੋ ਤਾਂ ਮੈਂ ਵੀਜ਼ਾ ਰਿਫਿਊਜ਼ ਨਹੀਂ ਹੋਣ ਦਊਂਗਾ, ਕਿਉਂਕਿ ਐਜ਼ ਐਵਰੀਬਡੀ ਨੋਜ਼ ਵੈਰੀ ਵੈਲ ਕਿ ਇੱਥੇ ਕੋਈ ਇੰਟਰਵਿਊ ਯੂਨੀਵਰਸਿਟੀ ਵੱਲੋਂ ਹੋ ਸਕਦਾ ਬਟ ਹਾਈ ਕਮਿਸ਼ਨ ਇੰਟਰਵਿਊ ਨਹੀਂ ਲੈਂਦਾ। ਇਟਸ ਬੇਸਡ ਔਨ ਡਾਕੂਮੈਂਟੇਸ਼ਨ। ਹੁਣ ਉਹ ਡਾਕੂਮੈਂਟੇਸ਼ਨ ਕੀ ਹੈ? ਤੁਹਾਡੀ ਸਭ ਤੋਂ ਪਹਿਲੇ ਐਕੈਡਮਿਕ ਰਿਕਾਰਡ ਇਟ ਵਾਸ ਕੁਆਇਟ ਓਕੇ, ਗੈਪ ਦੀ ਜਸਟੀਫਿਕੇਸ਼ਨ ਮੇਰੇ ਕੋਲ ਹੈਗੀ ਸੀਗੀ। ਉਸ ਤੋਂ ਬਾਅਦ ਜਿਹੜੀ GT ਅਪਰੂਵਲ ਤੋਂ ਬਾਅਦ COE ਮੈਨੂੰ ਯੂਨੀਵਰਸਿਟੀ ਨੇ ਦੇ ਦਿੱਤੀ। ਫਿਰ ਉਸ ਤੋਂ ਬਾਅਦ ਰਹਿ ਗਿਆ ਲਾਸਟ ਕੰਮ ਸਾਡਾ ਪ੍ਰੈਜੈਂਟੇਸ਼ਨ ਆਫ ਫਾਈਲ, ਠੀਕ ਹੈ। ਪ੍ਰੈਜੈਂਟੇਸ਼ਨ ਆਫ ਫਾਈਲ ਤੋਂ ਮਤਲਬ ਕੀ ਹੈ ਕਿ ਤੁਹਾਡੇ ਫਾਈਨੈਂਸ਼ੀਅਲ ਪ੍ਰੋਪਰ ਦਿੱਤੇ ਗਏ, ਤੁਹਾਡੀ CA ਰਿਪੋਰਟ ਵੈਲਿਊਏਸ਼ਨ ਪ੍ਰੋਪਰ ਬਣਾ ਕੇ ਦਿੱਤੀ ਗਈ, ਤੁਹਾਡੇ ਇਨਕਮ ਪ੍ਰੂਫ ਪ੍ਰੋਪਰ ਦਿੱਤੇ ਗਏ, ਔਰ ਸਭ ਤੋਂ ਵੱਡਾ ਕੰਮ ਜਿਹੜਾ ਰਾਮਬਾਣ ਦਾ ਕੰਮ ਕਰਦੀ ਉਹ ਹੈ ਸਟੇਟਮੈਂਟ ਆਫ ਪਰਪਸ। ਉਹ ਸਾਰੀਆਂ ਚੀਜ਼ਾਂ ਫਾਈਲ ਲਗਾਉਣ ਤੋਂ ਬਾਅਦ ਬਾਕੀ ਐਂਡ ਆਫ ਦਾ ਡੇ ਦੇਖੋ, ਪਰਮਾਤਮਾ ਦੀ ਜਦ ਤੱਕ ਕਿਰਪਾ ਨਹੀਂ ਹੋਏਗੀ, ਵਾਹਿਗੁਰੂ ਦੀ ਅੱਖ ਤੁਹਾਡੇ ਤੋਂ ਪ੍ਰਸਿੱਧੀ ਨਹੀਂ ਰਹੇਗੀ ਤਾਂ ਤੱਕ ਤਾਂ ਕੁਝ ਵੀ ਨਹੀਂ ਹੋ ਸਕਦਾ। ਮੈਂ ਰੱਬ ਤਾਂ ਨਹੀਂ ਸੀਗਾ ਬਟ ਮੈਂ ਉਹ ਸਭ ਕੁਝ ਫਾਈਲ ਦੇ ਵਿੱਚ ਕਰਕੇ ਦਿੱਤਾ ਜਿੱਥੋਂ ਕਿ ਮੈਨੂੰ 100% ਵਿਸ਼ਵਾਸ ਸੀਗਾ ਕਿ ਵੀਜ਼ਾ ਆਊਗਾ, ਨਾ ਸਿਰਫ ਮੇਨ ਐਪਲੀਕੈਂਟ ਦਾ ਆਊਗਾ ਬਲਕਿ ਦੋਨੋਂ ਡਿਪੈਂਡੈਂਟ ਦਾ ਵੀ ਨਾਲ ਹੀ ਆਊਗਾ, ਔਰ ਇਕੱਠੇ ਅਪਲਾਈ ਕੀਤਾ ਸੀ। ਇਹ ਮੇਰਾ ਜਿਹੜਾ ਸ਼ੁਰੂ 'ਚ ਸਵਾਲ ਸੀ ਉਹ ਇਹੀ ਹੈ ਕਿ ਜਦੋਂ ਡਾਕਟਰ ਕੋਲ ਮਰੀਜ਼ ਜਾਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ, ਉਹ ਕਹਿੰਦਾ ਫਲਾਣੇ ਟੈਸਟ ਕਰਾ ਲਿਓ ਤੇ ਫਲਾਣੀ ਦਵਾਈ ਆਪਾਂ ਦੇਵਾਂਗੇ, ਦਿਮਾਗ 'ਚ ਪਹਿਲਾਂ ਹੀ ਕੁਛ ਨਾ ਕੁਛ ਚੀਜ਼ਾਂ ਚੱਲਣ ਲੱਗ ਜਾਂਦੀਆਂ। ਤੁਸੀਂ ਗੱਲ GT ਦੀ ਕੀਤੀ, ਤੁਸੀਂ ਸਾਰੀਆਂ ਚੀਜ਼ਾਂ ਕੀਤੀਆਂ, ਨੈਗੇਟਿਵ ਗੱਲਾਂ ਵੀ ਕੀਤੀਆਂ ਬਹੁਤ ਸਾਰੀਆਂ, ਪਰ ਜਿਹੜਾ ਉਹਨਾਂ ਨੇ ਕਿਹਾ ਵਰਡ ਜੋ ਕੱਲ ਅਸੀਂ ਰਿਕਾਰਡਿੰਗ ਕੀਤੀ, ਹੁਣ ਚਲਾਵਾਂਗੇ ਆਪਾਂ 2 ਮਿੰਟ ਬਾਅਦ, ਕਿ ਸਾਨੂੰ ਵਿਸ਼ਵਾਸ ਦਵਾਇਆ ਤੁਸੀਂ ਕਿ ਤਿੰਨਾਂ ਦਾ ਵੀਜ਼ਾ ਇਕੱਠਾ ਲੈ ਕੇ ਦੇਵਾਂਗੇ। ਮੇਰਾ ਸਵਾਲ ਪਹਿਲਾਂ ਵੀ ਇਹੀ ਸੀ, ਮੈਂ ਇਹੀ ਕਹਿ ਰਿਹਾ ਹਾਂ ਕਿ 2 ਨੁਕਸ, ਵੱਡੇ ਨੁਕਸ ਨਾ ਕਹਾਂ ਨੂੰ ਕਹਿ, ਹਰਡਲਸ ਕਹਿ ਲਓ, ਮੁਸੀਬਤਾਂ ਕਹਿ ਲਓ ਪ੍ਰੋਫਾਈਲ ਦੇ ਵਿੱਚ। ਪਹਿਲੀ 17 ਤੋਂ ਬਾਅਦ ਤਜਰਬਾ ਹੈ ਜਾਂ ਨਹੀਂ ਹੈ ਮੈਂ ਨਹੀਂ ਰੱਖਦਾ, ਕਿਉਂਕਿ ਪ੍ਰੋਫਾਈਲ ਇਹ ਬੋਲ ਰਹੀ ਹੈ ਕਿ ਜੀ ਖਾਤੇ ਦੇ ਵਿੱਚ ਪੈਸੇ ਨਹੀਂ ਆਏ, ਡਾਕੂਮੈਂਟਸ ਨਹੀਂ ਹੈ, ਚਾਹੇ ਉਹ ਹੈਵੀ ਹੈ ਟੈਕਨੀਕਲ ਭਾਸ਼ਾ 'ਚ ਨਹੀਂ ਜੀ। ਦੂਸਰਾ, ਸਪਾਊਸ ਨੂੰ ਇੱਕੋ ਦਿਨ ਇਹ ਕਹਿ ਦੇਣਗੇ ਇੱਕੋ ਦਿਨ ਵੀਜ਼ਾ ਲੈ ਕੇ ਦੇਵਾਂਗੇ, ਜਿੱਥੇ ਤੁਸੀਂ 70 ਕੰਸਲਟੈਂਟ ਕੋਲ ਜਾਂਦੇ ਹੋ 70 ਰਾਏ ਵੱਖਰੀ ਮਿਲਦੀ ਹੈ। ਮੇਰਾ ਸਵਾਲ ਇਹ ਸਿੱਧਾ ਜਿਹਾ ਫੇਰ ਹੈ ਉਹਨਾਂ ਦਰਸ਼ਕਾਂ ਲਈ ਜਿਹੜੇ ਵਿਚਾਰੇ ਆਸਟ੍ਰੇਲੀਆ ਜਾਣਾ ਚਾਹੁੰਦੇ ਆ, ਸਾਫ਼ ਸਪਸ਼ਟ ਸ਼ਬਦ ਸੁਣਨਾ ਚਾਹੁੰਦੇ ਆ, ਉਲਝਣਾ ਨਹੀਂ ਚਾਹੁੰਦੇ, ਉਹਨਾਂ ਲਈ ਤੁਹਾਡਾ ਇੱਕ ਲਾਈਨ 'ਚ ਕੀ ਹੈ ਕਿ ਤੁਸੀਂ ਇਹੋ ਜਿਹਾ ਕੀ ਦੇਖ ਲਿਆ ਪ੍ਰੋਫਾਈਲ? ਮੈਂ ਇਹ ਦੇਖ ਲਿਆ ਕਿ ਮੈਨੂੰ ਇੰਨਾ ਪਤਾ ਸੀਗਾ ਕਿ ਮੈਂ ਇਸ ਬੱਚੇ ਦਾ GT ਕ੍ਰੈਕ ਕਰ ਪਾਊਂਗਾ, ਔਰ ਜੇਕਰ GT ਕ੍ਰੈਕ ਕਰ ਲਿਆ ਤੇ ਜਿਹੜਾ ਡਿਪੈਂਡੈਂਟ ਦਾ ਵੀਜ਼ਾ ਉਹ ਆਲਵੇਜ਼ ਮੇਨ ਐਪਲੀਕੈਂਟ ਦੇ ਨਾਲ ਚੱਲਣਾ, ਉਹਦਾ ਕੋਈ ਪ੍ਰੋਫਾਈਲ ਦਾ ਕੋਈ ਮਤਲਬ ਨਹੀਂ ਹੈ, ਉਹਦੀ ਕੋਈ ਕੁਆਲੀਫਿਕੇਸ਼ਨ ਮੈਟਰ ਨਹੀਂ ਕਰਦੀ, ਉਹਦੇ ਕੋਈ ਇਨਕਮ ਪ੍ਰੂਫ ਮੈਟਰ ਨਹੀਂ ਕਰਦੇ। ਹਾਂ, ਲਿਵਿੰਗ ਕਾਸਟ ਉਹਦੇ ਕੋਲ ਜੋ ਕਿ ਸ਼ੋ ਮਨੀ ਜਿਹਨੂੰ ਕਹਿ ਦਿੰਦੇ ਆਪਾਂ, ਫੰਡ ਜਿਹਨੂੰ ਕਹਿ ਦਿੰਦੇ ਆ, ਉਹ ਹੋਣੇ ਚਾਹੀਦੇ ਆ ਕਿ ਤਾਂ ਕਿ ਉਹਦੀ ਐਬਿਲਿਟੀ ਜਿਹੜੀ ਹੈ ਫਾਈਨੈਂਸ਼ੀਅਲ ਜਿਹੜਾ ਐਫੀਸ਼ੀਐਂਸੀ ਹੈ ਉਹ ਫੁੱਲਫਿਲ ਕਰਦੇ ਹੋਣਾ ਚਾਹੀਦਾ। ਤੇ ਮੈਨੂੰ 100% ਭਰੋਸਾ ਸੀਗਾ ਕਿ ਕਿਤੇ ਨਾ ਕਿਤੇ ਯੂਨੀਵਰਸਿਟੀ ਨੂੰ ਮੇਰੇ ਉੱਪਰ ਟਰਸਟ ਸੀ, ਮੇਰੇ ਕੰਮ ਕਰਨ ਦੇ ਤਰੀਕੇ 'ਤੇ ਟਰਸਟ ਸੀਗਾ ਕਿ ਇਹ ਕੰਪਨੀ, ਇਹ ਕੰਸਲਟੈਂਟ, ਇਹ ਬੰਦਾ ਅਗਰ ਪ੍ਰੈਜੈਂਟੇਸ਼ਨ ਫਾਈਲ ਦੀ ਕਰੇਗਾ, ਬੜੇ ਵਧੀਆ ਤਰੀਕੇ ਨਾਲ ਪ੍ਰੈਜੈਂਟ ਕਰੇਗਾ ਐਮਬੈਸੀ ਨੂੰ, ਔਰ ਮੇਨ ਐਪਲੀਕੈਂਟ ਦਾ ਵੀਜ਼ਾ ਆ ਜਾਏਗਾ। ਔਰ ਅਗਰ ਮੇਨ ਐਪਲੀਕੈਂਟ ਦਾ ਵੀਜ਼ਾ ਆ ਜਾਣਾ ਤੇ 100% ਹੈ ਕਿ ਡਿਪੈਂਡੈਂਟ ਦਾ ਵੀਜ਼ਾ ਆਉਣਾ, ਭਾਵੇਂ ਇੱਕ ਹੈ ਭਾਵੇਂ 2 ਬੱਚੇ ਨਾਲ ਹੈ। ਜਦੋਂ ਤੇਜ਼ ਹਵਾਵਾਂ ਚੱਲਦੀਆਂ ਹੋਣ ਨਾ ਤਾਂ ਦੀਵਾ ਜਗਾਉਣਾ ਬੜਾ ਔਖਾ ਹੋ ਜਾਂਦਾ ਹੈ। ਮੈਂ ਤੇਜ਼ ਹਵਾਵਾਂ ਇਸ ਕਰਕੇ ਕਹਿ ਰਿਹਾ, ਜਿਹੜੀ ਅਨਾਉਂਸਮੈਂਟਸ ਆਈਆਂ ਉਸ ਤੋਂ ਪਹਿਲਾਂ ਇਹਨਾਂ ਨੇ ਫਾਈਲ ਫੜ ਲਈ ਸੀ। ਹਾਂ ਬਿਲਕੁਲ, ਮੇਰਾ ਖਿਆਲ ਜਿਹੜਾ ਤੁਸੀਂ ਹੁਣ ਫੁੱਲ ਟਾਈਮ ਵਰਕ ਰਾਈਟਸ ਦੀ ਗੱਲ ਕਰ ਰਹੇ ਹੋ ਉਸ ਤੋਂ ਪਹਿਲਾਂ, ਬਿਲਕੁਲ ਤਾਂ ਬੜੀ ਵੱਡੀ ਗੱਲ ਹੁੰਦੀ ਹੈ ਜਦੋਂ ਕੋਈ ਪੋਜ਼ਿਟਿਵ ਵੇਵ ਹੀ ਨਹੀਂ ਆ ਰਹੀ ਆਸਟ੍ਰੇਲੀਆ ਵੱਲੋਂ, ਔਰ ਤੁਸੀਂ ਫਾਈਲ ਫੜ ਲੈਂਦੇ ਹੋ, ਔਰ ਉਹਦੇ 'ਚ ਵੀ 2 ਵੱਡੇ ਚੈਲੰਜਸ ਇੱਕੋ ਦਿਨ 'ਚ ਤਿੰਨਾਂ ਨੂੰ, ਬੱਚੇ ਨੂੰ ਵੀ, ਹਸਬੈਂਡ ਨੂੰ ਵੀ, ਮੇਨ ਐਪਲੀਕੈਂਟ ਨੂੰ ਵੀਜ਼ਾ ਲੈ ਕੇ ਦੇਣਾ, ਔਰ 17 ਪਾਸ ਆਊਟ ਨੂੰ। ਖੈਰ ਅਸੀਂ ਗੱਲਾਂ ਬਾਤਾਂ ਇੱਕ ਕੇਂਦਰਿਤ ਨਹੀਂ ਕਰਨੀਆਂ ਇੱਕ ਪ੍ਰੋਫਾਈਲ ਦੇ ਦੁਆਲੇ, ਇਸ ਤਰ੍ਹਾਂ ਦੀਆਂ ਸੈਂਕੜੇ ਹਜ਼ਾਰਾਂ ਪ੍ਰੋਫਾਈਲ ਹਰਿਆਣਾ, ਪੰਜਾਬ, ਹਿਮਾਚਲ, ਦਿੱਲੀ, ਉੱਤਰਾਖੰਡ 'ਚ ਤੁਰੀਆਂ ਫਿਰਦੀਆਂ ਨੇ। ਅਸੀਂ ਉਹਨਾਂ ਵਿਚਾਰੀਆਂ ਤੁਰਦੀਆਂ ਫਿਰਦੀਆਂ ਪ੍ਰੋਫਾਈਲ ਨੂੰ ਇੱਕ ਠੱਡੇ ਲਾਉਣਾ, ਉਹਨਾਂ ਨੂੰ ਵਿਸ਼ਵਾਸ ਦਿਵਾਉਣਾ, ਉਹਨਾਂ ਨੂੰ ਵੀਜ਼ਾ ਦਿਵਾਉਣਾ ਹੈਗਾ। ਉਸ ਤੋਂ ਪਹਿਲਾਂ ਹੋਰ ਅਸੀਂ ਗੱਲਾਂ ਕਰਾਂਗੇ ਕਿ ਕਿਹੜੀਆਂ ਪ੍ਰੋਫਾਈਲ ਜਿਹੜੀਆਂ ਚੈਲੰਜੇਬਲ ਨੇ ਉਹ ਕਿਵੇਂ ਵੀਜ਼ਾ ਲੈ ਸਕਦੀ ਹੈ। ਉਸ ਤੋਂ ਪਹਿਲਾਂ ਇਹ ਫੈਮਿਲੀ ਤੁਹਾਡੇ ਰੂਬਰੂ ਕਰ ਲੈ। ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਅਸੀਂ ਅਕਸਰ ਦੇਸ਼ ਪ੍ਰਦੇਸ਼ ਲਾਈਵ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਮਕਸਦ ਕਿ ਜਿੱਥੇ ਸਾਡੇ ਸਟੂਡੈਂਟ, ਸਾਡੇ ਦਰਸ਼ਕ ਜੀ ਲਾਈਵ ਗੱਲਬਾਤ ਕਰਦੇ ਨੇ, ਆਪਣੀਆਂ ਪ੍ਰੋਫਾਈਲ ਡਿਸਕਸ ਕਰਦੇ ਨੇ, ਵੱਖ-ਵੱਖ ਐਕਸਪਰਟਸ ਦੇ ਨਾਲ ਤੁਹਾਨੂੰ ਅਸੀਂ ਮੌਕਾ ਦਿੰਦੇ ਹਾਂ ਆਪਣੀਆਂ ਪ੍ਰੋਫਾਈਲਸ ਡਿਸਕਸ ਕਰਨ ਦਾ। ਉੱਥੇ ਹੀ ਇਹ ਮੰਚ ਸਾਡੇ ਉਹਨਾਂ ਸਾਰੇ ਲੱਕੀ ਸਟੂਡੈਂਟਸ ਨੂੰ ਵੀ ਲੈ ਕੇ ਹਾਜ਼ਰ ਹੁੰਦਾ ਜੀ ਟਾਈਮ ਟੂ ਟਾਈਮ, ਜਿਨ੍ਹਾਂ ਦੇ ਵੀਜ਼ਾਸ ਆਉਂਦੇ ਨੇ। ਫਿਰ ਉਹ ਕੰਪਨੀ ਚਾਹੇ ਕੋਈ ਵੀ ਜਿਹੜੇ ਐਕਸਪਰਟ ਸਾਡੇ ਇੱਥੇ ਆਉਂਦੇ ਨੇ ਜੀ, ਉਹਨਾਂ ਦੇ ਥਰੂ ਯਾਨੀ ਕਿ ਤੁਸੀਂ ਆਪਣਾ ਵਿਦੇਸ਼ ਜਾਣ ਦਾ ਜਿਹੜਾ ਸੁਪਨਾ ਉਹਨੂੰ ਪੂਰਾ ਕਰਦੇ ਹੋ। ਤੇ ਅੱਜ ਵੀ ਸਾਡੇ ਨਾਲ ਨੇ ਜੀ ਗਗਨਦੀਪ ਕੌਰ ਜੋ ਕਿ ਰਾਜਪੁਰਾ ਤੋਂ ਹੈਗੇ ਨੇ, ਐਂਡ ਪੂਰਾ ਪ੍ਰੋਸੈਸ ਜਿਹੜਾ ਹੈਗਾ ਇਹਨਾਂ ਦਾ, ਯਾਨੀ ਆਸਟ੍ਰੇਲੀਆ ਸਟੱਡੀ ਵੀਜ਼ਾ ਦਾ
ਉਹ ਕਿੱਦਾਂ ਦਾ ਰਿਹਾ, ਮੈਂ ਅੱਜ ਉਹੀ ਡਿਸਕਸ ਕਰਨ ਲੱਗੀ ਹਾਂ। ਸੋ ਬਹੁਤ ਹੀ ਸਪੈਸ਼ਲ ਇਹ ਅੱਜ ਦਾ ਜਿਹੜਾ ਐਕਸਪੀਰੀਅੰਸ ਹੈਗਾ ਸਾਡਾ ਗਗਨਦੀਪ ਕੌਰ ਦੇ ਨਾਲ ਹੈਗਾ। ਸੋ ਇਹਨਾਂ ਦੀ ਜ਼ੁਬਾਨੀ ਸੁਣਾਂਗੇ, ਗਗਨਦੀਪ ਕੌਰ ਦੀ, ਇਹਨਾਂ ਦੀ ਪ੍ਰੋਫਾਈਲ ਮੈਂ ਡਿਸਕਸ ਕਰਨ ਲੱਗੀ ਹਾਂ। ਸੋ ਹੋ ਸਕਦਾ ਹੈ ਕਿੰਨੇ ਹੀ ਸਾਡੇ ਸਟੂਡੈਂਟ, ਸਾਡੇ ਦਰਸ਼ਕ ਜਿਨ੍ਹਾਂ ਦੀ ਪ੍ਰੋਫਾਈਲ ਆਈ ਐਮ ਸ਼ੋਰ ਸੇਮ ਹੁੰਦੀ ਹੈ। ਸੋ ਤੁਹਾਨੂੰ ਵੀ ਅਪਲਾਈ ਕਰਨ ਦਾ ਹੁਣ ਮੌਕਾ ਦੇ ਰਿਹਾ ਜੀ ਦੇਸ਼ ਪ੍ਰਦੇਸ਼ ਲਾਈਵ ਦਾ ਸਾਡਾ ਇਹ ਮੰਚ। ਤੁਸੀਂ ਰੈਗੂਲਰ ਵਾਚ ਇਸੇ ਤਰ੍ਹਾਂ ਕਰਦੇ ਰਹੋ ਜੀ, ਫੋਲੋ ਕਰਦੇ ਰਹੋ ਸਾਡੇ YouTube ਚੈਨਲ ਨੂੰ ਵੀ। ਸੋ ਗਗਨਦੀਪ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਿਸ ਸ਼ੋ। ਥੈਂਕ ਯੂ। ਸੋ ਗਗਨਦੀਪ ਫਾਈਨਲੀ ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਆਇਆ ਜੀ, ਹਾਂਜੀ, ਰਾਈਟ? ਤੇ ਨਾਲ ਤੁਹਾਡੇ ਹਸਬੈਂਡ ਨੇ, ਸਤਿ ਸ਼੍ਰੀ ਅਕਾਲ ਜੀ, ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਵੀ। ਸੋ ਅੱਛਾ, ਮੇਨ ਐਪਲੀਕੈਂਟ ਕੌਣ ਹੈ, ਤੁਸੀਂ ਹੋ ਜਾਂ ਇਹ ਨੇ? ਮੈਂ ਜੀ ਮੇਨ ਤੁਸੀਂ ਮੇਨ ਐਪਲੀਕੈਂਟ ਹੋ। ਕੀ ਪ੍ਰੋਫਾਈਲ ਹੈ ਤੁਹਾਡੀ? ਮੈਂ ਗ੍ਰੈਜੂਏਸ਼ਨ 2017 ਦੇ ਵਿੱਚ ਕੀਤੀ ਸੀਗੀ ਤੇ ਮੇਰਾ 4 ਇਅਰਸ ਦਾ ਗੈਪ ਸੀਗਾ। ਆਇਲਸ ਜਾਂ ਪੀਟੀ ਤੁਸੀਂ ਹਾਂਜੀ, ਕੀਤੀ ਮੈਂ ਹੋਈ ਹੈ? ਪੀਟੀ ਕੀਤੀ ਸੀਗੀ ਤੇ ਮੇਰੇ 64 ਓਵਰਆਲ ਸਕੋਰ ਸੀਗਾ। ਦੈਨ ਉਸ ਤੋਂ ਬਾਅਦ ਤੇ ਮੇਰੀ ਸੈਲਰੀ ਵੀ ਕੈਸ਼ ਇਨ ਹੈਂਡ ਸੀਗੀ। ਅੱਛਾ, 2017 ਤੋਂ ਬਾਅਦ ਯਾਨੀ ਤੁਸੀਂ ਕੰਮ ਕਰਦੇ ਰਹੇ ਹੋ, ਰਾਈਟ? ਹਾਂਜੀ, ਪ੍ਰਾਈਵੇਟ ਸੈਕਟਰ ਦੇ ਵਿੱਚ? ਪ੍ਰਾਈਵੇਟ ਸੈਕਟਰ ਦੇ ਵਿੱਚ। ਅੱਛਾ, ਤੇ ਜਿਹੜੀ ਸੈਲਰੀ ਉਹ ਕੈਸ਼ ਤੁਹਾਨੂੰ Cash, ਮਿਲਦੀ ਰਹੀ ਹੈ। ਹਾਂਜੀ। ਸੋ ਆਸਟ੍ਰੇਲੀਆ ਦਾ ਧਿਆਨ ਕਿੱਦਾਂ ਆਇਆ, ਪਹਿਲਾਂ ਇਹ ਦੱਸੋ। ਅਸੀਂ ਮੈਮ ਆਸਟ੍ਰੇਲੀਆ ਹਾਂ। ਤਾਂ ਕਰਕੇ ਜ਼ਿਆਦਾ ਪ੍ਰੈਫਰ ਕਰ ਰਹੇ ਸੀਗੇ ਕਿਉਂਕਿ ਸਾਡਾ ਸਪੌਸ ਕੇਸ ਸੀਗਾ ਜੀ, ਜੀ, ਬੇਬੀ ਜੀ। ਸੀਗਾ ਤੇ ਸਾਡੇ baby ਨਾਲ। ਸੀਗਾ ਨਾਲ। ਅੱਛਾ, ਅਸੀਂ- ਬੇਬੀ ਵੀ ਹੈ। ਅਸੀਂ ਬਹੁਤ ਏਜੰਟਾਂ ਕੋਲ, ਕੰਸਲਟੈਂਟਾਂ ਕੋਲ ਗਏ, ਰਾਏ ਲਿੱਤੀ, ਬਟ ਉਹਨਾਂ ਨੇ ਹਰੇਕ ਨੇ ਇਹੀ ਸਾਨੂੰ ਰਾਏ ਦਿੱਤੀ ਵੀ ਤੁਹਾਡਾ ਬੇਬੀ ਦਾ ਬਾਅਦ ਚ ਬਣੇਗਾ ਠੀਕ ਹੈ। ਜਾਂ ਪਹਿਲਾਂ ਤੁਹਾਡੀ ਹਾਂ, ਵਾਈਫ ਵੀ main ਜਾਏਗੀ, applicant ਚਲੇ ਜਾਣ, ਵੀ ਠੀਕ ਤੁਸੀਂ ਹੈ। ਇਕੱਠੇ ਨਹੀਂ ਜਾ ਸਕਦੇ। ਹਾਂ, ਹਾਂ। ਫਿਰ ਸਾਨੂੰ ਨੈਟ ਦੇ ਥਰੂ ਵਿਸ਼ਵਾਸ ਇੰਟਰਨੈਸ਼ਨਲ ਦਾ ਪਤਾ ਲੱਗਿਆ ਜੀ। ਫਿਰ ਮੁਕੇਸ਼ ਸਰ ਨਾਲ ਅਸੀਂ ਡੀਲ ਕੀਤਾ ਜੀ। ਅੱਛਾ, ਉਹਨਾਂ ਨੇ ਸਾਨੂੰ ਬਿਲਕੁਲ ਸਹੀ ਗਾਈਡ ਕੀਤਾ, ਸਾਨੂੰ ਕਿਹਾ ਵੀ ਤੁਹਾਡਾ, ਉਹਨਾਂ ਨੇ ਕਮਿਟ ਕੀਤਾ ਸੀਗਾ ਜੀ ਸਾਡੇ ਨਾਲ ਜਿਸ ਦਿਨ ਅਸੀਂ ਉਹਨਾਂ ਕੋਲ ਜਾ ਕੇ ਆਏ ਸੀਗੇ। ਉਹ ਕਹਿੰਦੇ ਵੀ ਤੁਹਾਡਾ ਤਿੰਨਾਂ ਦਾ ਵੀਜ਼ਾ ਅਸੀਂ ਇੱਕ ਦਿਨ ਹੀ ਲੈ ਕੇ ਦੇਵਾਂਗੇ। ਅੱਛਾ, ਤੇ ਤਿੰਨਾਂ ਦਾ ਵੀਜ਼ਾ ਫਾਈਨਲੀ ਆ ਗਿਆ ਹਾਂਜੀ ਹੈ। ਮੈਮ। ਸੋ ਤਿੰਨਾਂ ਨੇ ਹੁਣ ਇਕੱਠਿਆਂ ਨੇ ਹੀ ਫਲਾਈ ਹਾਂਜੀ ਕਰਨਾ ਮੈਮ, ਤੁਸੀਂ ਇਕੱਠਿਆਂ ਨੇ। ਆਸਟ੍ਰੇਲੀਆ। ਹਾਂਜੀ। ਸੋ 2017 ਪਾਸ ਆਊਟ ਗ੍ਰੈਜੂਏਸ਼ਨ, ਉਸ ਤੋਂ ਬਾਅਦ ਸੈਲਰੀ ਵੀ ਜਿਹੜੀ ਹੈਗੀ ਆ ਤੁਹਾਨੂੰ ਕੈਸ਼ ਆਂਦੀ ਰਹੀ, ਕਿਤਨਾ ਕਿਤੇ ਡਾਊਟ ਨਹੀਂ ਸੀਗਾ, ਲੱਗਦਾ ਨਹੀਂ ਵੀ ਹਾਂ ਵੀਜ਼ਾ ਪਤਾ ਨਹੀਂ ਆਊਗਾ ਜਾਂ ਨਹੀਂ? ਅੱਛਾ, ਉੱਪਰੋਂ ਹੈ ਵੀ ਆਪਾਂ ਪੂਰੀ ਫੈਮਿਲੀ ਨੇ ਅਪਲਾਈ ਕਰਨਾ ਹੈ। ਮੈਮ ਬਸ ਸਾਨੂੰ ਤਾਂ ਵਿਸ਼ਵਾਸ ਇੰਟਰਨੈਸ਼ਨਲ ਤੇ ਇੱਕ ਤਰ੍ਹਾਂ ਦਾ ਵਿਸ਼ਵਾਸ ਸੀਗਾ ਜੀ, ਬਸ ਸਾਨੂੰ ਹੋਰ ਕੁਝ ਨਹੀਂ ਸੀਗਾ, ਸਾਨੂੰ ਮੁਕੇਸ਼ ਸਰ ਤੇ ਵਿਸ਼ਵਾਸ ਸੀਗਾ ਜੀ। ਅੱਛਾ, ਔਰ ਉਹਨਾਂ ਨੇ ਸਾਰੇ- ਸਾਨੂੰ ਕਮਿਟ ਕੀਤਾ ਸੀਗਾ ਵੀ ਵੀਜ਼ਾ ਆਏਗਾ, ਤਾਂ ਸਾਨੂੰ ਇਹ ਹੋ ਗਿਆ ਸੀਗਾ ਵੀ ਵੀਜ਼ਾ ਆਏਗਾ। ਹਾਂ, ਔਰ ਸਾਰੀ ਫੀਸ ਜੋ ਹੈ ਆਫਟਰ ਵੀਜ਼ਾ ਸੀਗੀ ਪੇਮੈਂਟ। ਓਕੇ। ਸੋ ਕੋਈ ਐਡਵਾਂਸ ਦੇ ਵਿੱਚ ਨਹੀਂ ਇਹਨਾਂ ਨੇ ਮੈਮ। ਨਹੀਂ ਲਿਆ ਤੁਹਾਡੇ ਸਿੰਗਲ ਤੋਂ? ਪੈਨੀ ਵੀ ਨਹੀਂ ਅੱਛਾ, ਦਿੱਤੀ। ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਐਡਮਿਸ਼ਨ ਮਿਲੀ ਜਾਂ ਕਾਲਜ ਦੇ ਵਿੱਚ ਕਿੰਨਾ ਪ੍ਰੋਸੈਸਿੰਗ ਟਾਈਮ ਜਿਹੜਾ ਹੈਗਾ ਕਿੰਨਾ ਚੱਲਿਆ, ਕਦੋਂ ਤੱਕ ਤੁਹਾਨੂੰ ਆਫਰ ਲੈਟਰ ਮਿਲੀ ਹੈ? 1 ਮੰਥ ਹਾਂ। ਦੇ ਵਿੱਚ ਆਫਰ ਲੈਟਰ ਆ ਗਈ ਸੀਗੀ। ਠੀਕ ਹੈ। ਅਪਲਾਈ ਕਦੋਂ ਕੀਤਾ ਸੀ? 1 ਮਹੀਨਾ ਪਹਿਲਾਂ? ਹਾਂਜੀ। ਕਿਉਂਕਿ ਹੁਣ ਦਸੰਬਰ ਦੇ ਵਿੱਚ ਇਹਨਾਂ ਨੇ ਫਾਈਨਲੀ ਅਨਾਉਂਸ ਵੀ ਕਰਤਾ ਸੀ ਵੀ ਆਪਾਂ ਹਾਂਜੀ, ਚਲੋ ਹਾਂਜੀ। ਫਲਾਈਟਸ ਜਿਹੜੀਆਂ ਉਹ ਵੀ ਓਪਨ ਹਾਂਜੀ। ਕਰ ਦੇਣੀਆਂ, ਰਾਈਟ? ਉਸ ਵੇਲੇ ਨਹੀਂ ਸੀ ਡਰ ਵੀ ਹਾਂ ਪਤਾ ਨਹੀਂ ਕੀ ਬਣੇਗਾ, ਜਾ ਪਾਵਾਂਗੇ ਜਾਂ ਨਹੀਂ? ਮੈਮ ਮਨ ਚ ਹਾਂ। ਡਰ ਤਾਂ ਸੀਗਾ, ਬਟ ਹਾਂ। ਫਿਰ ਸਾਨੂੰ ਇਹ ਸੀਗਾ ਨਾ ਵੀ ਡੈਫਰ ਲੈ ਲਾਂਗੇ। ਠੀਕ ਹੈ, ਠੀਕ ਹੈ। ਤੇ ਇਹ ਕਿਹੜਾ ਇਨਟੇਕ ਹੈ ਤੁਹਾਡਾ? ਮੈਮ ਸਾਡਾ ਫਰਵਰੀ ਇਨਟੇਕ ਹੈ ਜੀ। ਫੈਬਰੀ ਇਨਟੇਕ ਹੈ। ਫਲਾਈਟ ਵਗੈਰਾ ਬੁੱਕ ਕਰਵਾ ਲਈ ਹੈ ਹਾਂਜੀ ਤੁਸੀਂ ਮੈਮ, ਬੁੱਕ finally? ਕਰਾ ਲਈ ਜੀ। ਚਲੋ ਬਹੁਤ ਵਧੀਆ ਜੀ। ਸੋ ਖੈਰ ਇਹਨਾਂ ਦਾ ਵਿਸ਼ਵਾਸ ਇੰਟਰਨੈਸ਼ਨਲ ਦੇ ਨਾਲ ਜਿਹੜਾ ਐਕਸਪੀਰੀਅੰਸ ਰਿਹਾ ਕਾਫੀ ਵਧੀਆ, ਯਾਨੀ ਕਹਿ ਸਕਦੇ ਹਾਂ ਅਸੀਂ, ਹਾਂਜੀ right? ਮੈਮ, ਸਰ Sir, ਬਹੁਤ ਹਾਂ, ਹਾਂ। ਬਿਹੇਵੀਅਰ ਉਹਨਾਂ ਦਾ ਬਹੁਤ ਵਧੀਆ ਹੈ, ਕੋਆਪਰੇਟਿਵ ਨੇ, ਬਹੁਤ ਓਕੇ ਐਜ਼ ਅ ਫੈਮਿਲੀ ਡੀਲ ਕਰਦੇ ਨੇ ਜੀ। ਸੋ ਹੁਣ ਮੈਸੇਜ ਕੀ ਹੈ ਜੀ ਸਾਡੇ ਬਾਕੀ ਦੇ ਵਿਊਅਰਸ ਦੇ ਵਾਸਤੇ? ਮੈਸੇਜ ਤਾਂ ਮੈਮ ਇਹੀ ਹੈ ਵੀ ਕਿਸੇ ਦਾ ਗੈਪ ਹੋਏ, ਕੋਈ ਕੰਸਲਟੈਂਟ ਕਹਿ ਰਿਹਾ ਵੀ ਤੁਹਾਡਾ ਵੀਜ਼ਾ ਨਹੀਂ ਆ ਸਕਦਾ, ਹਾਂ। ਇੱਕ ਵਾਰੀ ਮੁਕੇਸ਼ ਸਰ ਨੂੰ ਜ਼ਰੂਰ ਮਿਲੋ। ਜੀ ਜੀ, ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਤੋਂ ਜੀ। ਥੈਂਕ ਯੂ ਮੈਮ। ਸੋ ਵੈਲਕਮ ਬੈਕ ਜੀ। ਕਵਿਤਾ ਜੀ ਨਾਲ ਜਿਹੜੀਆਂ ਡਿਸਕਸ਼ਨਸ ਹੋਈਆਂ ਉਹਦੇ ਵਿੱਚੋਂ ਅਸੀਂ ਨਹੀਂ ਹੁਣ ਬਹੁਤੀ ਜ਼ਿਆਦਾ ਗੱਲ ਕਰਾਂਗੇ, ਸਮੇਂ ਦੀ ਘਾਟ ਹੈ, ਤੁਸੀਂ ਸੁਣ ਹੀ ਲਿਆ। ਇਹ ਵੀਜ਼ਾਸ ਦੀ ਕਾਪੀਆਂ ਵੀ ਮੇਰੇ ਕੋਲ ਨੇ, ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਜ਼ਰੂਰ ਦਿਖਾਉਣਾ। ਪਹਿਲੀਆਂ 3 ਕਾਪੀਜ਼ ਨੇ ਜਿਹੜੀਆਂ ਇਹ ਉਸੇ ਫੈਮਿਲੀ ਦੀਆਂ ਵੀਜ਼ਾ ਦੀਆਂ। ਇਸ ਤੋਂ ਬਾਅਦ ਇੱਕ ਬੱਚਾ ਹੋ ਰਿਹਾ ਜੀ ਸਿਮਰਨ, ਜਿਹਨੂੰ ਸਿੰਗਲ ਤੌਰ ਤੇ ਵੀਜ਼ਾ ਮਿਲਿਆ। ਇਹ ਵੀ ਜਿਹੜਾ ਹੈਗਾ ਵਿਸ਼ੇਸ਼ ਤੌਰ ਦੇ ਉੱਪਰ ਵਿਸ਼ਵਾਸ ਇੰਟਰਨੈਸ਼ਨਲ ਨੇ ਲਿਆ। ਫਿਰ ਸਪੌਸ ਕੇਸ ਹੈ ਜੀ ਜਿਹਦੇ ਵਿੱਚ ਨਰਿੰਦਰ ਸਿੰਘ ਔਰ ਸ਼ਵੇਤਾ ਸ਼ਰਮਾ ਜਿਹੜੀ ਹੈਗੀ ਹੈ। ਨਰਿੰਦਰ ਦਾ ਵੀਜ਼ਾ ਤੁਸੀਂ ਦੇਖ ਰਹੇ ਹੋ ਨਾਲ, ਇਹ ਵੀ ਇਕੱਠੇ ਨੇ ਇਹ ਇਕੱਠੇ ਜੀ, ਬਿਲਕੁਲ ਜੀ। ਇਕੱਠੇ। ਇਸ ਤੋਂ ਇਲਾਵਾ ਇੱਕ ਹੋਰ ਵੀਜ਼ਾ ਜੀ ਲੈ ਕੇ ਆਏ ਨੇ, 7-8 ਵੀਜ਼ੇ ਲੈ ਕੇ ਆਏ ਨੇ ਸਾਹਿਲ ਜੀ, ਜਿਨ੍ਹਾਂ ਦਾ ਸਿੰਗਲ ਵੀਜ਼ਾ ਰਿਹਾ ਹੈਗਾ। ਖੈਰ ਸਾਰਿਆਂ ਨੂੰ ਮੁਬਾਰਕਾਂ, ਸਾਰੇ ਪਰਿਵਾਰ ਨੂੰ, ਔਰ ਨਾਲ ਕੰਸਲਟੈਂਟਸ ਨੂੰ ਜ਼ਿਆਦਾ ਮੁਬਾਰਕਾਂ ਇਸ ਚੀਜ਼ ਦੀ, ਕਿਉਂਕਿ ਬੜੀ ਖੁਸ਼ੀ ਹੁੰਦੀ ਹੈ ਜਦੋਂ ਹਾਲਾਤ ਬੜੇ ਗੰਭੀਰ ਹੋਣ ਔਰ ਤੁਹਾਡਾ ਸਕਸੈਸ ਵੱਧਦਾ ਜਾਵੇ। ਖੈਰ ਅੱਜ ਬਹੁਤੀਆਂ ਟੈਕਨੀਕਲ ਗੱਲਾਂ ਤਾਂ ਨਹੀਂ ਆਪਾਂ ਕਰ ਪਾਵਾਂਗੇ ਕਿ ਜੀਟੀ ਕਿਵੇਂ ਕਰੈਕ ਕਰਨੀ ਹੈ ਜਾਂ ਆਇਲਸ ਕੀ ਹੈਗੀ ਹੈ, ਕਿੱਥੇ ਦਾਖਲਾ ਲੈਣਾ ਹੈ। ਅੱਜ ਤਾਂ ਇੱਕ ਮਾਹੌਲ ਪ੍ਰੂਫ ਪੈਦਾ ਹੋ ਗਿਆ। ਤੁਸੀਂ ਗਵਾਹੀ ਸ਼ਾਦੀ ਭਰਤੀ ਹੈ ਕਿ ਵੀਜ਼ਾ ਆ ਰਹੇ ਨੇ ਔਰ ਇਸ ਕਿਸਮ ਦੇ ਵੀ ਆ ਰਹੇ ਨੇ। ਹੁਣ ਮੈਂ ਥੋੜ੍ਹਾ ਜਿਹਾ ਇੱਧਰ ਨੂੰ ਤੁਰਨਾ ਚਾਹੁੰਦਾ ਕਿ ਬੜੇ ਲੋਕ ਜਦੋਂ ਸਪੌਸ ਜਾਂ ਗੈਪ ਵਾਲੇ ਕਿਸੇ ਕੋਲ ਜਾਂਦੇ ਨੇ, ਸਭ ਕੰਸਲਟੈਂਟਸ ਦੀ ਰਾਏ ਵੱਖਰੀ ਕਿਉਂ ਹੁੰਦੀ ਹੈ? ਐ ਨਹੀਂ ਹੋਊਗਾ ਜੀ, ਐ ਹੋਊਗਾ, ਐ ਨਹੀਂ। ਜਦੋਂ ਪ੍ਰੋਟੋਕੋਲ, ਲਾਅ, ਕਾਨੂੰਨ ਤਾਂ ਇੱਕ ਹੈ, ਕਾਨੂੰਨ ਭਾਰਤ ਇੱਕ ਦਾ। ਹੈ, ਬਿਲਕੁਲ ਠੀਕ ਹੈ।
ਫਿਰ ਵੱਖ-ਵੱਖ ਰਹਿ ਕਿਉਂ? ਉਹਦਾ ਕਾਰਨ ਹੈ ਜਿਸ ਤਰ੍ਹਾਂ ਕਿ ਮੈਂ ਹੁਣੇ 2 ਮਿੰਟ ਪਹਿਲੇ ਤੁਹਾਡੇ ਪਿਛਲੇ ਸਵਾਲ ਦਾ ਆਨਸਰ ਦਿੰਦੇ ਹੋਏ ਇਹ ਗੱਲ ਬੋਲੀ, ਤਾਂ ਜਦੋਂ ਤੁਸੀਂ ਕਿਹਾ ਸੀਗਾ ਕਿ ਤੁਹਾਡਾ ਕੁਐਸਚਨ ਕੁਝ ਹੋਰ ਸੀ, ਮੈਂ ਉਹੀ ਚੀਜ਼ ਕਹਿ ਰਿਹਾ ਕਿ end of the moment university course provider either it's university or college or institute whatever, ਉਹ always ਚਾਹੁੰਦਾ ਕਿ ਉਹਦੇ ਲਾਇਸੈਂਸ ਤੇ ਆਂਚ ਨਾ ਆਵੇ ਉਹਦੇ ਜਿਹੜੇ, ਕਿਉਂਕਿ ਅਗਰ ਅਸੈਸਮੈਂਟ ਲੈਵਲ 1 ਦਾ ਇੰਸਟੀਚਿਊਟ 2 ਚ ਚਲਾ ਜਾਏਗਾ, ਅਗਰ ਉਹਦੀ ਰਿਜੈਕਸ਼ਨ ਰੇਟ ਵਧੇਗੀ 2 ਵਾਲਾ 3 ਚ ਚਲਾ ਜਾਏਗਾ, ਔਰ ਕੁਝ ਪਾਰਟਿਕੂਲਰ ਟਾਈਮ ਫਰੇਮ ਲਈ ਉਹਦਾ ਇੰਟਰਨੈਸ਼ਨਲ ਲਾਇਸੈਂਸ ਕੈਂਸਲ ਵੀ ਹੋ ਸਕਦਾ। ਤਾਂ ਯੂਨੀਵਰਸਿਟੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਧਿਆਨ ਰੱਖਦੇ ਹੋਏ ਜੀਟੀ ਕ੍ਰਾਈਟੇਰੀਆ ਆਪਣਾ ਟਫ ਕਰਕੇ ਰੱਖਦੀ ਹੈ। ਕਿਤੇ ਨਾ ਕਿਤੇ ਜਿਸ ਕੰਸਲਟੈਂਟ ਦੀ, ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲਾ ਹੀ ਐਸਾ ਹੈਗਾ, ਬਹੁਤ ਸਾਰੇ ਬਹੁਤ ਵਧੀਆ ਕੰਸਲਟੈਂਟ ਇੱਕ ਤੋਂ ਇੱਕ ਅੰਦਰ ਪਏ ਆ ਮਾਰਕੀਟ ਦੇ ਵਿੱਚ, ਜਿਨ੍ਹਾਂ ਦੀ ਪ੍ਰੈਕਟਿਸ ਵਧੀਆ, ਜਿਨ੍ਹਾਂ ਦਾ ਸਕਸੈਸ ਰੇਟ ਵਧੀਆ, ਜਿਨ੍ਹਾਂ ਦੀ ਪ੍ਰੈਜੈਂਟੇਸ਼ਨ ਦੇ ਕਰਕੇ ਵੀਜ਼ਾ ਦੇ ਚਾਂਸਸ ਲਗਭਗ 100% ਰਹਿੰਦੇ ਆ ਜੀ। ਉਹਨਾਂ ਨੂੰ ਜੀਟੀ ਦੇ ਵਿੱਚ ਥੋੜੀ ਜਿਹੀ ਢਿੱਲ ਵਰਤ ਲੈਂਦੀ ਹੈ ਯੂਨੀਵਰਸਿਟੀ, ਤੇ ਬਟ ਆਫ ਕੋਰਸ ਅਗਰ ਇੱਕ ਨਾਰਮਲ ਬੰਦੇ ਕੋਲੋਂ ਉਹਨੂੰ ਪਤਾ ਕਿ ਜੀਟੀ ਨਹੀਂ ਤੋੜਨ ਦੇਣੀ ਯੂਨੀਵਰਸਿਟੀ ਨੇ, ਉਹ ਆਪਣੇ ਵੱਲੋਂ ਨੈਗੇਟਿਵ ਗੱਲ ਹੀ ਕਰੂਗਾ ਜੀ। ਅੱਛਾ, ਮੈਂ ਇਹ ਰੱਖੇ ਹੋਏ ਨੇ ਵੀਜ਼ਾਸ ਦੀਆਂ ਕਾਪੀਆਂ ਜਿਹੜੀ ਮੇਰੇ ਸਾਹਮਣੇ ਨੇ, ਕਿਉਂਕਿ ਬੜਾ ਚਿਰਾਂ ਬਾਅਦ ਦੇਖਣ ਨੂੰ ਮਿਲੀਆਂ, ਹੱਥ ਲਾ ਕੇ ਮਹਿਸੂਸ ਹੁੰਦਾ ਹੈ ਕਿ ਦੁਬਾਰਾ ਉਹ ਦੌਰ ਥੋੜਾ ਸ਼ੁਰੂ ਹੋਇਆ। ਨਹੀਂ ਤਾਂ ਕਾਲ ਆਉਂਦੀਆਂ ਸੀਗੀਆਂ ਜੀ, ਸਾਲ ਹੋ ਗਿਆ ਵੀਜ਼ਾ ਨਹੀਂ ਆ ਰਿਹਾ, ਮੇਰੀ ਰਿਜੈਕਸ਼ਨ ਆ ਗਈ ਜੀ, ਮੇਰਾ ਇਹ ਹੋ ਗਿਆ, ਮੇਰਾ ਉਹ ਹੋ ਗਿਆ। ਖੈਰ, ਚੰਗਾ ਦੌਰ ਸ਼ੁਰੂ ਹੋਇਆ, ਖੁਸ਼ਾਮਦੀਦ ਪੂਰੇ ਭਾਰਤ ਦੇ, ਖਾਸ ਕਰ ਨਾਰਥ ਇੰਡੀਆ ਦੇ ਸਟੂਡੈਂਟਸ ਨੂੰ ਔਰ ਚੰਗੇ ਕੰਸਲਟੈਂਟਸ ਨੂੰ। ਇਹ ਤਜਰਬੇ ਦੇ ਵਿੱਚੋਂ, ਕਿਉਂਕਿ ਲੋਕਡਾਊਨ ਤੋਂ ਬਾਅਦ ਤਜਰਬਾ ਕਰਨਾ, ਵੀਜ਼ਾ ਲੈਣਾ, ਹੌਸਲਾ ਬਹੁਤ ਆ ਜਾਂਦਾ ਹੈਗਾ। ਜਿਹੜੇ ਲੋਕ ਇਸ ਵਕਤ ਉਮੀਦਾਂ ਲਾਈ ਬੈਠੇ ਨੇ ਆਸਟ੍ਰੇਲੀਆ ਜਾਵਾਂਗੇ, ਉਹਨਾਂ ਦੀਆਂ ਪ੍ਰੋਫਾਈਲ ਦੇ ਵਿੱਚ ਇੱਕ ਤਾਂ ਗੈਪ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ, ਸਪੌਸ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈਗੀ ਹੈ। ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਚੈਲੰਜਸ ਦੇਖਦੇ ਹੋ ਜਿਹਦੇ ਕਰਕੇ ਬੱਚਾ ਡਰਿਆ ਬੈਠਿਆ ਕਰੇ ਪਰ ਤੁਸੀਂ ਉਹਨੂੰ ਵੀਜ਼ਾ ਦਵਾ ਸਕੋ? ਦੇਖੋ, ਜਦੋਂ ਤੁਸੀਂ ਇੱਕ ਰੂਟੀਨ ਦੇ ਵਿੱਚ ਇੱਕ ਜੌਬ ਕਰਦੇ ਹੋ, ਇੱਕ ਪ੍ਰੋਸੈਸਿੰਗ ਕਰਦੇ ਹੋ, ਤਾਂ ਕੋਈ ਵੀ ਕੰਸਲਟੈਂਟ, ਜੋ ਕਿ ਜੈਨੂਇਨ ਗੱਲ ਹੈ, ਤੁਹਾਨੂੰ ਪੁੱਛਿਆ ਜਾਏਗਾ ਸੈਲਰੀ ਅਕਾਊਂਟ 'ਚ ਹੈਗੀ ਆ, ਨਹੀਂ ਹੈ ਜੀ, ਉੱਥੇ ਤੁਹਾਡਾ ਕੰਮ ਸਟਾਪ ਹੋ ਗਿਆ। ਸੈਲਰੀ ਅਕਾਊਂਟ 'ਚ ਹੈਗੀ ਹੈ, 3 ਮਹੀਨੇ ਪੁਰਾਣੇ ਫੰਡ ਹੈਗੇ ਆ, ਨਹੀਂ ਹੈਗੇ ਜੀ, ਉੱਥੇ ਤੁਹਾਡਾ ਕੰਮ ਸਟਾਪ ਹੋ ਗਿਆ। ਜੇ ਇਨਕਮ ਪ੍ਰੂਫ ਦੀ ਗੱਲ ਕਰੋ, 70% ਪੰਜਾਬੀ ਸਟੂਡੈਂਟਸ ਦੇ ਕੋਲ ਰਿਟਰਨਾਂ ਜਾਂ ਤਾਂ ਹੁੰਦੀਆਂ ਨਹੀਂ, ਜਾਂ ਫਿਰ ਉਹ 4-5 ਲੱਖ ਰੁਪਏ ਦੀ ITR ਲਈ ਬੈਠਾ, ਜੋ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਮੀਟ ਨਹੀਂ ਕਰਦਾ ਆਸਟ੍ਰੇਲੀਆ ਦੇ ਹਿਸਾਬ ਨਾਲ। ਹੁਣ ਆਪਾਂ ਇਹਨੂੰ ਲੀਗਲ ਤਰੀਕੇ ਨਾਲ ਮੈਨੂਪੂਲੇਟ ਕਰਦੇ ਹਾਂ, ਲੀਗਲ ਤਰੀਕੇ ਨਾਲ ਰਿਟਰਨ ਰਿਵਾਈਜ਼ ਕਰਵਾਵਾਂਗੇ ਸਟੂਡੈਂਟ ਦੀ, ਗੈਪ ਦੀ ਜਸਟੀਫਿਕੇਸ਼ਨ ਮੰਗਾਂਗੇ, 2 ਵਾਰ 3 ਵਾਰ 5 ਵਾਰ SOP ਦੇਣੀ ਪਈ ਯੂਨੀਵਰਸਿਟੀ ਨੂੰ ਦਵਾਂਗੇ, ਔਰ GT ਕ੍ਰਾਈਟੇਰੀਆ ਉਹਦਾ ਕਲੀਅਰ ਕਰਵਾਵਾਂਗੇ, ਉਹਨੂੰ ਕਨਵਿੰਸ ਕਰਾਂਗੇ ਕਿ ਕੋਈ ਐਸੀ ਕਾਨੂੰਨ ਦੀ ਭਾਸ਼ਾ ਨਹੀਂ ਕਹਿੰਦੇ, ਐਸਾ ਲਾਅ ਨਹੀਂ ਕਹਿੰਦਾ, ਇਮੀਗ੍ਰੇਸ਼ਨ ਦਾ ਲਾਅ ਆਸਟ੍ਰੇਲੀਆ ਦਾ ਇਹ ਨਹੀਂ ਕਹਿੰਦਾ ਕਿ ਤੁਹਾਡੀ ਸੈਲਰੀ ਅਕਾਊਂਟ 'ਚ ਆ ਰਹੀ ਹੈ। ਹੁੰਦਾ ਕੀ ਹੈ, ਕਿਤੇ ਨਾ ਕਿਤੇ ਯੂਨੀਵਰਸਿਟੀਜ਼ ਆਪਣੀ ਜਗ੍ਹਾ ਤੇ ਬਿਲਕੁਲ ਰਾਈਟ ਹੈ, ਕਿਉਂਕਿ ਲੋਕ ਕੰਟਰੈਕਟ ਮੈਰਿਜ ਕਰਕੇ ਆਉਂਦੇ। ਕੰਟਰੈਕਟ ਵਾਲੇ ਵਿੱਚ ਕੀ ਹੁੰਦਾ, ਹੁਣ ਕੰਟਰੈਕਟ ਮੈਰਿਜ ਕੌਣ ਪੈਸਾ ਲਊਗਾ? ਜ਼ਿਆਦਾਤਰ ਉਹ ਮੁੰਡਾ ਪੈਸਾ ਲਾਉਂਦਾ ਜਿਹੜਾ ਆਪ 10ਵੀਂ ਫੇਲ ਹੈ। ਦਿਸ ਇਜ਼ ਦਾ ਰੀਜ਼ਨ ਕਿ ਉਹ ਗ੍ਰੈਜੂਏਟ ਮੰਗਦੇ ਆ, ਜਾਂ ਆਇਲਸ ਕੀਤੀ ਨਹੀਂ ਹੋਈ, ਜਾਂ ਕਰ ਨਹੀਂ ਸਕਦਾ, ਜਾਂ 5-5.5 ਬੈਂਡ ਤੋਂ ਉੱਪਰ ਨਹੀਂ ਜਾਂਦਾ। ਤੇ ਉਹਦਾ ਇੱਕ ਟੈਕਨੀਕਲੀ ਪੁਆਇੰਟ ਯੂਨੀਵਰਸਿਟੀਜ਼ ਨੇ, ਗੋਰਿਆਂ ਨੇ ਇਹ ਸਿਸਟਮ ਬਣਾਇਆ ਹੋਇਆ ਕਿ GT ਤੋੜਨ ਵਾਸਤੇ ਅਗਰ ਸਟੂਡੈਂਟ ਗ੍ਰੈਜੂਏਟ ਡਿਪੈਂਡੈਂਟ ਦੇ ਨਾਲ ਗ੍ਰੈਜੂਏਟ ਜਾ ਰਿਹਾ, ਸਾਲ ਪੁਰਾਣੀ ਮੈਰਿਜ ਹੈ, ਔਰ ਐਜੂਕੇਟਿਡ ਔਰ ਇੰਪਲੋਇਮੈਂਟ ਦੇ ਪ੍ਰੂਫ ਹੈਗੇ, ਇਟ ਮੀਨਸ ਉਹ ਉਹਦੀ ਆਪਣੀ ਐਬਿਲਿਟੀ ਇੰਨੀ ਹੈ ਕਿ ਅਗਰ ਉਹਨੇ ਕੋਈ ਕੰਟਰੈਕਟ ਮੈਰਿਜ ਕਰਨੀ ਹੋਏਗੀ ਤਾਂ ਉਸ ਤੋਂ ਬੈਟਰ ਹੈ ਕਿ ਉਹ ਆਪਣਾ ਸਟੂਡੈਂਟ ਵੀਜ਼ਾ ਲਗਾ ਕੇ ਵੀ ਜਾ ਸਕਦਾ। ਠੀਕ ਹੈ, ਤੇ ਕਿਤੇ ਨਾ ਕਿਤੇ ਇੱਕ ਅੱਛੀ ਕੰਪਨੀ ਹੋਣ ਦੇ ਨਾਤੇ ਆਪਾਂ ਨੂੰ ਸਿਰਫ ਔਰ ਸਿਰਫ ਯੂਨੀਵਰਸਿਟੀ ਨੂੰ ਇਹੀ ਵਿਸ਼ਵਾਸ ਦਿਲਾਉਣਾ ਹੁੰਦਾ ਕਿ ਜਿਹੜਾ ਸਾਡਾ ਐਪਲੀਕੈਂਟ ਹੋਏਗਾ ਉਹ ਕੋਈ ਜੁਗਾੜ ਨਹੀਂ ਹੋਏਗਾ, ਜਾਲੀ ਮੈਰਿਜ ਨਹੀਂ ਹੋਏਗੀ, ਕੋਈ ਜਾਲੀ ਡਾਕੂਮੈਂਟ ਨਹੀਂ ਹੋਏਗਾ, ਕੋਈ ਕੰਟਰੈਕਟ ਮੈਰਿਜ ਨਹੀਂ ਹੋਏਗੀ, ਪ੍ਰੂਫ ਆਫ ਰਿਲੇਸ਼ਨਸ਼ਿਪ ਜੈਨੂਇਨ ਹੋਣਗੇ, ਸਭ ਕੁਝ। ਵੰਸ ਦੇ ਵਿਲ ਕਨਵਿੰਸ ਫਰਮ ਆਰ ਸਾਈਡ, ਤਾਂ ਉਸ ਤੋਂ ਬਾਅਦ GT ਅਪਰੂਵਲ ਹੋ ਜਾਂਦੀ ਹੈ। ਔਰ GT ਅਪਰੂਵਲ ਦਾ ਮਤਲਬ ਇਹੀ ਹੈ ਕਿ ਜਿਸ ਤਰ੍ਹਾਂ ਕਿ ਮੈਂ ਹੁਣੇ ਸ਼ੁਰੂ 'ਚ ਦੱਸਿਆ ਸੀਗਾ ਪਹਿਲੇ ਸਵਾਲ ਦਾ ਆਨਸਰ ਕਰਦੇ ਹੋਏ ਤੁਹਾਡੇ, ਕਿ COE ਦੇਣ ਦਾ ਮਤਲਬ ਇਹ ਹੈ ਕਿ ਗ੍ਰੀਨ ਸਿਗਨਲ ਯੂਨੀਵਰਸਿਟੀ ਵੱਲੋਂ ਦੇ ਦਿੱਤਾ ਗਿਆ ਇਮੀਗ੍ਰੇਸ਼ਨ ਨੂੰ, ਕਿ ਐਮਬੈਸੀ ਨੂੰ, ਕਿ ਤੁਸੀਂ ਉਹਦਾ ਵੀਜ਼ਾ ਰਿਲੀਜ਼ ਕਰ ਦਿਓ। ਸਟਿਲ ਵੀ ਕੈਨ ਨਾਟ ਗਿਵ 100% ਐਸ਼ੋਰਿਟੀ ਕਿ ਜੀ COE ਆ ਗਈ ਤੇ ਵੀਜ਼ਾ ਹੀ ਆਊਗਾ। ਬਟ ਅਗਰ ਯੂਨੀਵਰਸਿਟੀ ਦਾ ਲੈਵਲ ਵਧੀਆ, ਰੈਪੂਟੇਟਡ ਯੂਨੀਵਰਸਿਟੀ ਹੈ, ਕੋਰਸ ਪ੍ਰੋਵਾਈਡਰ ਵਧੀਆ ਹੈ, ਅਸੈਸਮੈਂਟ ਲੈਵਲ 1 ਹੈ ਭਾਵੇਂ 2 ਹੈ, ਔਰ ਫਾਈਲ ਦੀ ਪ੍ਰੈਜੈਂਟੇਸ਼ਨ, ਬਾਰ-ਬਾਰ ਮੈਂ ਕਹਿ ਰਿਹਾ ਕਿ ਆਸਟ੍ਰੇਲੀਆ 'ਚ ਫਾਈਲਿੰਗ ਬਹੁਤ ਮੈਟਰ ਕਰਦੀ ਹੈ। ਕੈਨੇਡਾ ਦੀ ਤਰ੍ਹਾਂ ਨਹੀਂ ਹੈ ਕਿ ਕੋਈ ਕਾਗਜ਼ ਨਹੀਂ ਲਾਉਣਾ, UK ਦੀ ਤਰ੍ਹਾਂ ਨਹੀਂ ਹੈ ਕਿ ਇੱਕ ਵਾਰੀ ਕੈਸ਼ ਲੈਟਰ ਇਸ਼ੂ ਹੋ ਗਿਆ ਤੇ ਕੋਈ ਵਰਕ ਐਕਸਪੀਰੀਅੰਸ ਨਹੀਂ, ਕੋਈ ITR ਨਹੀਂ, ਕੋਈ ਕੁਛ ਨਹੀਂ। ਇੱਥੇ ਬਹੁਤ ਸਾਰੀ ਕੰਪਲਿਕੇਸ਼ਨਸ ਹੈ। ਕੋਈ ਵੀ ਐਕਸਪੀਰੀਅੰਸਡ ਜਾਂ ਤਜਰਬੇਕਾਰ ਕੰਸਲਟੈਂਟ ਅਗਰ ਤੁਹਾਡੀ ਫਾਈਲ ਨੂੰ ਢੰਗ ਨਾਲ ਹੈਂਡਲ ਕਰੇਗਾ
ਤੇ ਲਗਭਗ ਤੁਹਾਡਾ ਵੀਜ਼ਾ ਕਨਫਰਮ ਹੈ। ਜੀ ਮੁਕੇਸ਼ ਜੀ, ਗੱਲਾਂ ਬਾਤਾਂ ਤਾਂ ਨਹੀਂ ਅੱਗੇ ਵਧਾ ਪਾਵਾਂਗੇ, ਪਰ ਤੁਹਾਨੂੰ, ਤੁਹਾਡੀ ਟੀਮ ਨੂੰ ਔਰ ਸਾਰੇ ਪਰਿਵਾਰਾਂ ਨੂੰ, ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਅਗਲੇ ਸ਼ੋਅ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਮੋਡਿਊਲ ਦੇ ਪੁਆਇੰਟ ਤੋਂ, ਗੈਪ ਦੇ ਪੁਆਇੰਟ ਤੋਂ, ਸਪੌਸ ਦੇ ਪੁਆਇੰਟ ਤੋਂ, ਜੀਟੀ ਦੇ ਪੁਆਇੰਟ ਤੋਂ, ਫੰਡਸ ਦੇ ਪੁਆਇੰਟ ਤੋਂ, ਕਾਲਜ ਕੋਰਸ ਔਰ ਏਰੀਏ ਦੇ ਪੁਆਇੰਟ ਤੋਂ ਇੱਕ ਨਾਰਮਲ ਪ੍ਰੋਫਾਈਲ ਜਿਹਨੂੰ ਡਰ ਹੈ ਮੇਰਾ ਵੀਜ਼ਾ ਨਹੀਂ ਲੱਗਣਾ, ਉਹ ਕਿਵੇਂ ਵੀਜ਼ਾ ਲੈ ਸਕਦਾ ਹੈ। ਸਾਡੇ ਅਗਲੇ ਐਕਸਪਰਟਸ ਵਿਸ਼ੇਸ਼ ਤੌਰ ਦੇ ਉੱਪਰ ਮੁਕੇਸ਼ ਜੀ ਵਿਸ਼ਵਾਸ ਤੋਂ ਇੱਕ ਵਾਰ ਇਸ ਮੰਚ ਤੇ ਹੋਣਗੇ। ਉਹ ਲੰਮਾ ਸਫ਼ਰ ਇੱਕ ਹਫ਼ਤੇ ਦਾ ਤੁਹਾਡੇ ਲਈ ਮੈਨੂੰ ਪਤਾ ਉਡੀਕਣਾ ਔਖਾ ਹੈ, ਪਰ ਇਸ ਹਫ਼ਤੇ ਦੇ ਦੌਰਾਨ ਤੁਹਾਡੀ ਪ੍ਰੋਫਾਈਲ 'ਚ ਕੋਈ ਪ੍ਰੋਬਲਮ ਹੈ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਅਸੈਸਮੈਂਟ ਇੱਕ ਵਾਰ ਮੁਕੇਸ਼ ਜੀ ਤੋਂ ਕਰਵਾ ਸਕਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ।